ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਗਗਨਪ੍ਰੀਤ ਸਿੰਘ ਲੁਧਿਆਣੇ ਤੋਂ। ਜਿਵੇਂ ਕਿ ਤੁਸੀਂ ਸਭ ਜਣੇ ਜਾਣਦੇ ਹੋ ਕਿ ਲੋਕਡਾਊਨ ਦਾ ਸਮਾਂ ਇੱਕ ਐਸਾ ਸਮਾਂ ਸੀ ਜਿਸ ਦੌਰਾਨ ਹਰ ਕੰਮ ਤੇ ਹਰ ਵਰਗ ਦੇ ਲੋਕਾਂ ਤੇ ਕਾਫੀ ਮਾੜਾ ਪ੍ਰਭਾਵ ਪਿਆ ਹੈ। ਉੱਥੇ ਹੀ ਗ੍ਰੰਥੀ ਸਿੰਘਾਂ ਨੂੰ, ਕੀਰਤਨੀਏ ਸਿੰਘਾਂ ਨੂੰ, ਸੇਵਾਦਾਰਾਂ ਨੂੰ, ਪਾਠੀ ਸਿੰਘਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕਈਆਂ ਨੂੰ ਤੇ ਉਹਨਾਂ ਦੀ ਬਣਦੀ ਹੋਈ ਤਨਖਾਹ ਦੇ ਵਿੱਚੋਂ ਕਟੌਤੀ ਕਰਕੇ ਤਨਖਾਹ ਥੋੜ੍ਹੀ ਮਿਲੀ ਹੈ, ਕਈਆਂ ਨੂੰ ਤਨਖਾਹ ਮਿਲੀ ਹੀ ਨਹੀਂ ਅਤੇ ਕਈਆਂ ਨੂੰ ਲੋਕਡਾਊਨ ਦੇ ਚੱਲਦੇ ਸਮੇਂ ਦੌਰਾਨ ਉਹਨਾਂ ਦੀ ਚੱਲਦੀ ਹੋਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਸੋ ਇੱਥੇ ਕਮੇਟੀਆਂ ਦਾ ਫਰਜ਼ ਸੀ ਕਿ ਉਹਨਾਂ ਨੂੰ ਉਹ ਸਹਿਯੋਗ ਦੇਣ, ਨਾ ਕਿ ਸਹਿਯੋਗ ਦੀ ਥਾਂ ਤੇ ਉਹਨਾਂ ਨੂੰ ਪਰੇਸ਼ਾਨੀਆਂ ਦੇਣ। ਸੋ ਇੱਕ ਪਾਸੇ ਤਾਂ ਇਹ ਉਹ ਕਮੇਟੀਆਂ ਨੇ ਜਿਨ੍ਹਾਂ ਨੇ ਪਰੇਸ਼ਾਨੀਆਂ ਦਿੱਤੀਆਂ ਨੇ, ਸਹਿਯੋਗ ਨਹੀਂ ਦਿੱਤਾ, ਤੇ ਇੱਕ ਪਾਸੇ ਉਹ ਵੀ ਕਮੇਟੀਆਂ ਨੇ ਜਿਨ੍ਹਾਂ ਨੇ ਆਪਣੇ ਸਟਾਫ ਨੂੰ ਪੂਰਨ ਤੌਰ ਤੇ ਸਹਿਯੋਗ ਦਿੱਤਾ। ਤੇ ਜੇ ਮੈਂ ਜ਼ਿਕਰ ਕਰਾਂ, ਦਾਸ ਨੂੰ 6 ਸਾਲ ਹੋ ਗਏ ਨੇ ਕਿਚਲੂ ਨਗਰ ਦੀ ਸਟੇਜ ਤੇ ਕੀਰਤਨ ਦੀ ਸੇਵਾ ਨਿਭਾਉਂਦਿਆਂ। ਸੱਚ ਜਾਣਿਆ ਜੀ, ਲੋਕਡਾਊਨ ਦੇ ਚੱਲਦੇ ਸਮੇਂ ਦੌਰਾਨ ਸਾਨੂੰ ਕਿਸੇ ਵੀ ਤਰੀਕੇ ਦੀ ਉਹਨਾਂ ਨੇ ਪਰੇਸ਼ਾਨੀ ਨਹੀਂ ਜੇ ਆਉਣ ਦਿੱਤੀ। ਸਾਨੂੰ ਸਾਡੀ ਬਣਦੀ ਹੋਈ ਤਨਖਾਹ, ਪੂਰੀ ਤਨਖਾਹ ਬਣਦੇ ਹੋਏ ਸਮੇਂ ਤੋਂ ਪਹਿਲਾਂ ਹੀ ਉਹਨਾਂ ਨੇ ਸਾਨੂੰ ਪਹੁੰਚਾਈ ਹੈ। ਸਾਨੂੰ ਤਨਖਾਹ ਉਹਨਾਂ ਨੇ ਦਿੱਤੀ ਹੈ। ਜਿੱਥੇ ਸਾਡਾ ਕਮੇਟੀ ਨੇ ਸਹਿਯੋਗ ਦਿੱਤਾ ਹੈ, ਉੱਥੇ ਕਿਚਲੂ ਨਗਰ ਦੀ ਸੰਗਤਾਂ ਵੱਲੋਂ ਵੀ ਸਾਨੂੰ ਹਰ ਚੌਥੇ ਪੰਜਵੇਂ ਦਿਨ ਫੋਨ ਆਉਂਦਾ ਰਿਹਾ, ਕਾਲ ਆਉਂਦੀ ਰਹੀ ਕਿ ਭਾਈ ਸਾਹਿਬ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ, ਸਾਡਾ ਹਾਲ ਚਾਲ ਪੁੱਛਿਆ ਅਤੇ ਸਾਨੂੰ ਸਾਡੀ ਜ਼ਰੂਰਤ ਪੁੱਛੀ ਵੀ। ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ, ਬੇਝਿਜਕ ਹੋ ਕੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ, ਕਿਚਲੂ ਨਗਰ ਦੀ ਕਮੇਟੀ ਦਾ ਅਤੇ ਕਿਚਲੂ ਨਗਰ ਦੀ ਸਮੂਹ ਸੰਗਤ ਦਾ, ਜਿਨ੍ਹਾਂ ਨੇ ਸਾਡਾ ਪੂਰਨ ਤੌਰ ਤੇ ਸਹਿਯੋਗ ਕੀਤਾ। ਸੋ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਇਹ ਜੇ ਮੈਂ ਵੀਡੀਓ ਜਿਹੜੀ ਬਣਾ ਰਿਹਾ ਉਹ ਮੈਂ ਕਿਸੇ ਨੂੰ ਟਾਰਗੇਟ ਕਰਨ ਲਈ ਨਹੀਂ ਬਣਾ ਰਿਹਾ। ਮੇਰੇ ਮਨ ਦੀ ਇੱਕ ਸੋਚ ਹੈ, ਮੇਰੇ ਮਨ ਦਾ ਵਲਵਲਾ ਹੈ, ਜੋ ਮੇਰੇ ਜ਼ਿਹਨ ਵਿੱਚ ਇੱਕ ਗੱਲ ਆਈ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਲੋਕਡਾਊਨ ਦੇ ਸਮੇਂ ਦੌਰਾਨ ਕਈ ਸੰਸਥਾਵਾਂ ਵੀ ਅੱਗੇ ਆਈਆਂ, ਕਈ ਪਰਿਵਾਰ ਵੀ ਅੱਗੇ ਆਏ ਜਿਨ੍ਹਾਂ ਨੇ ਗੁਰੂ ਘਰ ਦੇ ਸਟਾਫ ਦੀ ਬਾਂਹ ਫੜੀ। ਕਈ ਸੰਸਥਾਵਾਂ ਨੇ ਅਤੇ ਕਈ ਪਰਿਵਾਰਾਂ ਨੇ ਰਾਸ਼ਨ ਦੀ ਸੇਵਾ ਨਿਭਾਈ ਹੈ। ਇਸ ਗੱਲ ਤੋਂ ਮੈਂ ਵੀ ਜਾਣੂ ਹਾਂ, ਤੁਸੀਂ ਵੀ ਜਾਣੂ ਹੋ ਕਿ ਰਾਸ਼ਨ ਜੇ ਕਿਸੇ ਨੇ ਲੈਣਾ ਹੋਵੇ ਉਸ ਦੀ ਕੀਮਤ ਉਹਨੂੰ ਅਦਾ ਕਰਨੀ ਹੀ ਪਏਗੀ। ਪਰ ਜੋ ਮੇਰਾ ਸਵਾਲ ਹੈ ਉਹ ਇਹ ਹੈ ਕਿ ਰਾਸ਼ਨ ਘਰ ਦੇ ਬਿਜਲੀ ਦੀ ਬਿੱਲ ਦੀ ਜ਼ਰੂਰਤ ਪੂਰੀ ਕਰ ਸਕਦਾ? ਕਿ ਰਾਸ਼ਨ ਘਰ ਦੇ ਦੁੱਧ ਦੇ ਬਿੱਲ ਦੀ ਜ਼ਰੂਰਤ ਪੂਰੀ ਕਰ ਸਕਦਾ ਹੈ? ਕਿ ਰਾਸ਼ਨ ਬੱਚਿਆਂ ਦੀਆਂ ਸਕੂਲਾਂ ਦੀ ਫੀਸਾਂ ਭਰ ਸਕਦਾ ਹੈ? ਕਿ ਸਿਰਫ ਕੇਵਲ ਰਾਸ਼ਨ ਸਬਜ਼ੀ ਦਾ ਬਿੱਲ ਦੇ ਸਕਦਾ ਹੈ? ਕਿ ਸਿਰਫ ਰਾਸ਼ਨ ਹੋਰ ਅਨੇਕਾਂ ਜ਼ਰੂਰਤਾਂ ਜੋ ਸਾਡੇ ਜੀਵਨ ਦੀਆਂ ਨੇ, ਸਾਡੀਆਂ ਰੋਜ਼ ਦੀਆਂ ਨੇ, ਕੀ ਉਹ ਪੂਰੀਆਂ ਕਰ ਸਕਦਾ ਹੈ? ਤਾਂ ਤੁਸੀਂ ਵੀ ਇਸ ਗੱਲ ਨਾਲ ਜਾਣੂ ਹੋਗੇ ਤੇ ਮੇਰੇ ਨਾਲ ਸਹਿਮਤ ਹੋਗੇ ਕਿ ਨਹੀਂ, ਰਾਸ਼ਨ ਹਰ ਇੱਕ ਚੀਜ਼ ਦੀ ਜ਼ਰੂਰਤ ਨਹੀਂ ਪੂਰੀ ਕਰ ਸਕਦਾ। ਰਾਸ਼ਨ ਕੇਵਲ ਤੇ ਕੇਵਲ ਸਿਰਫ ਤੁਹਾਡੀ ਖਾਣ ਦੀ ਜ਼ਰੂਰਤ, ਤੁਹਾਡੇ ਰਾਸ਼ਨ ਦੀ ਜ਼ਰੂਰਤ ਹੀ ਪੂਰੀ ਕਰ ਸਕਦਾ ਹੈ। ਸੋ ਮੈਨੂੰ ਐਂ ਲੱਗਦਾ ਹੈ ਕਿ ਜਿਸ ਨੇ ਸੇਵਾ ਕਰਨੀ ਹੈ ਉਹ ਸਿਰਫ ਰਾਸ਼ਨ ਹੀ ਕਿਉਂ ਦਿੰਦਾ ਹੈ? ਉਹ ਉਹਨਾਂ ਨੂੰ ਪੈਸੇ ਕਿਉਂ ਨਹੀਂ ਦਿੰਦਾ? ਤਾਂ ਕਿ ਉਹ ਆਪਣੇ ਅਨੁਸਾਰ, ਆਪਣੀ ਜੋ ਵੀ ਉਹਨਾਂ ਦੀ ਜ਼ਰੂਰਤ ਹੈ ਉਸ ਦੇ ਅਨੁਸਾਰ ਉਹ ਆਪਣੀ ਲੋੜ ਪੂਰੀ ਕਰ ਸਕਣ। ਇਹ ਤਾਂ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਹੈ। ਕੀ ਪਤਾ ਉਹਨੂੰ ਕਿਸੇ ਮੈਡੀਕਲ ਫੈਸਿਲਿਟੀ ਦੀ ਜ਼ਰੂਰਤ ਹੋਵੇ, ਉਹਦੇ ਹੋਰ ਵੀ ਕਈ ਖਰਚੇ ਨੇ, ਕੀ ਪਤਾ ਉਹਦੀ ਲੋੜੀਂਦੀ ਚੀਜ਼ ਹੈ ਜੋ ਉਹ ਪੂਰੀ ਨਹੀਂ ਕਰ ਸਕਦਾ ਹੋਵੇ, ਅਸੀਂ ਉਹ ਵੀ ਉਹਨੂੰ ਪੈਸੇ ਦੇ ਰਾਹੀਂ ਪੂਰੀ ਕਰਵਾ ਸਕਦੇ ਹਾਂ। ਜਾਂ ਤੇ ਜੇ ਅਸੀਂ ਸੇਵਾ ਕਰਨੀ ਹੈ ਜਾਂ ਤਾਂ ਉਹਨਾਂ ਨੂੰ ਪੈਸੇ ਦੀ ਕਰ ਦਈਏ ਤਾਂ ਕਿ ਉਹ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਰੂਰਤ ਨੂੰ ਪੂਰਾ ਕਰ ਸਕਣ। ਜਾਂ ਫਿਰ ਜਿਵੇਂ ਕਿ ਅਸੀਂ ਉਹਨਾਂ ਤੋਂ ਉਹਨਾਂ ਜੋ ਕੰਮ ਕਰਦੇ ਨੇ, ਜਾਂ ਕੀਰਤਨੀ ਸਿੰਘ ਕੀਰਤਨ ਕਰਦੇ ਨੇ, ਪਾਠੀ ਸਿੰਘ ਪਾਠ ਕਰਦੇ, ਉਹਨਾਂ ਤੋਂ ਕੰਮ ਲੈ ਕੇ ਉਹਨਾਂ ਨੂੰ ਬਣਦਾ ਹੱਕ ਦੇ ਦਿੱਤਾ ਜਾਵੇ, ਤਾਂ ਕਿ ਉਹ ਬਣਦੇ ਹੱਕ ਦੀ ਜੋ ਭੇਟਾ ਅਸੀਂ ਉਹਨੂੰ ਦੇਵਾਂਗੇ ਉਹ ਉਸ ਦੇ ਨਾਲ ਆਪਣੇ ਘਰ ਦੀ ਜ਼ਰੂਰਤ ਪੂਰੀ ਕਰ ਸਕਣ। ਇੱਥੇ ਮੈਂ ਤੁਹਾਨੂੰ ਬੜੀ ਵਧੀਆ ਗੱਲ ਦੱਸਣ ਲੱਗਾ ਕਿ ਕੀਰਤਨ ਪ੍ਰਮੋਸ਼ਨ ਨਾਮ ਦਾ ਇੱਕ ਪੇਜ ਹੈ ਜਿਨ੍ਹਾਂ ਨੂੰ ਚਲਾਉਂਦੇ ਨੇ ਭਾਈ ਸਰਬਜੀਤ ਸਿੰਘ ਨੂਰਪੁਰੀ। ਉਹਨਾਂ ਦੇ ਨਾਲ ਹੋਰ ਵੀ ਕਈ ਸਾਥੀ ਨੇ, ਜਿਵੇਂ ਕਿ ਭਾਈ ਅਰਵਿੰਦਰ ਸਿੰਘ ਜੀ ਨੂਰ, ਭਾਈ ਸੰਤੋਖ ਸਿੰਘ ਜੀ ਜਲੰਧਰ ਵਾਲੇ, ਭਾਈ ਬਰਿੰਦਰ ਸਿੰਘ ਜੀ ਗੁਰਦਾਸਪੁਰੀ, ਪਰਵਿੰਦਰ ਸਿੰਘ ਜੀ ਭਾਟੀਆ, ਹੋਰ ਅਨੇਕਾਂ ਐਸੇ ਨੇ ਜਿਹੜੇ ਉਹ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਹੈ। ਸੋ ਉਹਨਾਂ ਵਿੱਚ ਮੈਨੂੰ ਇੱਕ ਬੜੀ ਵਧੀਆ ਗੱਲ ਲੱਗੀ। ਹੁਣ ਫੇਸਬੁੱਕ ਲਾਈਵ
ਤੁਸੀਂ ਜ਼ਿਆਦਾਤਰ ਦੇਖਦੇ ਹੋਵੋਗੇ ਕਿ ਜਥੇ ਕੀਰਤਨ ਕਰ ਰਹੇ ਨੇ, ਕਥਾਵਾਚਕ ਕਥਾ ਕਰ ਰਹੇ ਨੇ, ਬਹੁਤਾਤ ਲਾਈਵ ਹੀ ਹੋ ਰਿਹਾ, ਫੇਸਬੁੱਕ ਪੇਜ ਤੋਂ ਲਾਈਵ ਹੋ ਰਹੇ ਨੇ। ਸੋ ਉਹਨਾਂ ਨੇ ਇੱਕ ਕਦਮ ਐਸਾ ਚੱਕਿਆ ਸੀ ਕਿ ਉਹਨਾਂ ਨੇ ਕੀਰਤਨ ਕਰਵਾਇਆ, ਘਰ ਵਿੱਚ ਬੈਠ ਕੇ ਹੀ ਜਥਿਆਂ ਨੇ ਕੀਰਤਨ ਕੀਤਾ। ਉਸ ਕੀਰਤਨ ਦੀ ਬਣਦੀ ਹੋਈ ਸੇਵਾ ਕਿਸੇ ਨੂੰ 1100, ਕਿਸੇ ਨੂੰ 1500, ਕਿਸੇ ਜਿੰਨੀ ਵੀ ਸੇਵਾ ਉਹਨਾਂ ਨੂੰ ਚੰਗੀ ਲੱਗਦੀ ਸੀ ਉਹਨਾਂ ਨੇ ਬਣਦੀ ਹੋਈ ਉਹਨਾਂ ਦੇ ਅਕਾਊਂਟ ਵਿੱਚ ਪਾਈ। ਹੁਣ ਤੁਸੀਂ ਦੇਖੋ ਵੀ ਜਿਹੜੀ ਅਕਾਊਂਟ ਦੇ ਵਿੱਚ ਸੇਵਾ ਆਈ ਉਹ ਪੈਸੇ ਦੇ ਰੂਪ ਵਿੱਚ ਆਈ, ਉਹ ਪੈਸਾ ਅਗਲਾ ਆਪਣੇ ਹਿਸਾਬ ਦੇ ਨਾਲ ਜਿੱਥੇ ਉਹਨੂੰ ਲੋੜ ਹੈ ਉੱਥੇ ਵਰਤ ਸਕਦਾ। ਦੇਖੋ ਅਸੀਂ ਸੇਵਾ ਤਾਂ ਕਰਨੀ ਹੀ ਹੈ, ਜਿਨ੍ਹਾਂ ਨੇ ਸੇਵਾ ਕਰਨੀ ਉਹਨਾਂ ਨੇ ਸੇਵਾ ਕਰਨੀ ਹੈ, ਫਿਰ ਰਾਸ਼ਨ ਹੀ ਇਕੱਲਾ ਕਿਉਂ ਨਾ ਇਸ ਤਰੀਕੇ ਦੀ ਸੇਵਾ ਕਰੀਏ ਕਿ ਉਹਨਾਂ ਦੀ ਵੀ ਹਰ ਇੱਕ ਚੀਜ਼ ਦੀ ਜ਼ਰੂਰਤ ਪੂਰੀ ਹੋ ਜਾਵੇ। ਸੋ ਮੈਨੂੰ ਤਾਂ ਬੜੀ ਖੁਸ਼ੀ ਹੋਈ ਕਿ ਇਸ ਤਰੀਕੇ ਦਾ ਭਾਈ ਸਰਬਜੀਤ ਸਿੰਘ ਨੂਰਪੁਰੀ ਹੋਣਾ ਦੇ ਉਹਨਾਂ ਨੇ ਇਹ ਕਦਮ ਚੱਕਿਆ। ਮੈਂ ਤਾਂ ਉਹ ਕੇਵਲ ਸਿਰਫ ਕੀਰਤਨ ਹੀ ਨਹੀਂ ਜਾਂ ਕੇਵਲ ਸਿਰਫ ਇਸ ਤਰ੍ਹਾਂ ਕੀਰਤਨੀ ਸਿੰਘਾਂ ਵਾਸਤੇ ਨਹੀਂ ਬਲਕਿ ਉਹਨਾਂ ਨੇ ਹੋਰ ਵੀ ਕਈ ਪਰਿਵਾਰ ਐਸੇ ਨੇ ਜਿਨ੍ਹਾਂ ਨੂੰ ਮੈਡੀਕਲ ਫੈਸਿਲਿਟੀ ਦੀ ਲੋੜ ਹੈ, ਜਿਨ੍ਹਾਂ ਨੂੰ ਛੱਤ ਦੀ ਲੋੜ ਹੈ, ਉਹਨਾਂ ਨੇ ਹਰ ਤਰੀਕੇ ਦੀ ਸੇਵਾ ਉਹਨਾਂ ਨੇ ਕੀਤੀ ਹੈ। ਸਤਿਗੁਰ ਕਿਰਪਾ ਕਰਨ, ਉਹਨਾਂ ਦੀ ਸਮੂਹ ਟੀਮ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ। ਸੋ ਮੇਰੇ ਜ਼ਿਹਨ ਦੇ ਵਿੱਚ ਜੋ ਗੱਲ ਸੀ ਉਹ ਮੈਂ ਤੁਹਾਡੇ ਸਾਹਮਣੇ ਰੱਖੀ ਹੈ। ਮੇਰੀ ਕਿਸੇ ਕਹੀ ਗੱਲ ਦਾ ਤੁਹਾਨੂੰ ਬੁਰਾ ਲੱਗਿਆ ਹੋਵੇ, ਮੈਂ ਤਹਿ ਦਿਲ ਤੋਂ ਮਾਫੀ ਚਾਹੁੰਦਾ। ਜਿਨ੍ਹਾਂ ਨੇ ਰਾਸ਼ਨ ਦੀ ਸੇਵਾ ਕੀਤੀ ਹੈ ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਮੈਂ ਕੋਈ ਟਾਰਗੇਟ ਨਹੀਂ ਕਰ ਰਿਹਾ, ਈਵਨ ਕਿ ਮਾਤਾ ਬਲਦੇਵ ਕੌਰ ਜੀ, ਮੈਂ ਨਾਮ ਲੈ ਕੇ ਜ਼ਿਕਰ ਕਰ ਰਿਹਾ ਉਹਨਾਂ ਨੇ ਘੱਟ ਤੋਂ ਘੱਟ ਨਾ ਕਰਦਿਆਂ ਵੀ 500 ਰਾਗੀ ਸਿੰਘਾਂ ਨੂੰ, ਪ੍ਰਚਾਰਕਾਂ ਨੂੰ ਰਾਸ਼ਨ ਦੀ ਸੇਵਾ ਮੁਹੱਈਆ ਕਰਵਾਈ ਹੈ। ਸੋ ਜੇ ਮੈਂ ਮੋਟਾ ਹਿਸਾਬ ਵੀ ਲਾਵਾਂ ਤਾਂ ਲੱਖਾਂ ਰੁਪਏ ਦੇ ਵਿੱਚ ਬਣ ਜਾਣਾ ਹੈ। ਰਕਮ ਅਦਾ ਕਰਨੀ ਹੈ, ਸੇਵਾ ਕਰਨ ਵਾਲਿਆਂ ਨੇ ਸੇਵਾ ਕਰਨੀ ਹੈ, ਪਰ ਕਿਉਂ ਨਾ ਅਸੀਂ ਸੇਵਾ ਦੀ ਦਿਸ਼ਾ ਬਦਲ ਲਈਏ। ਸੰਸਥਾਵਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਤੇ ਪਰਿਵਾਰਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ। ਮੰਨ ਲਓ ਇੱਕ ਜਥਾ ਹੈ, ਉਹ ਕਿਤੇ ਡਿਊਟੀ ਕਰ ਰਿਹਾ, ਮੰਨ ਲਓ ਕੋਈ ਮਾਡਲ ਟਾਊਨ ਕਰ ਰਿਹਾ ਹੈ, ਕੋਈ ਕਿਚਲੂ ਨਗਰ ਕਰਦਾ ਹੈ, ਕੋਈ ਲੁਧਿਆਣੇ ਦੇ ਕਈ ਐਸੇ ਸਥਾਨ ਨੇ, ਉੱਥੋਂ ਦੀ ਸੰਗਤ ਆਪਣੇ ਜਥਿਆਂ ਨੂੰ ਸੰਭਾਲੇ, ਆਪਣੇ ਗ੍ਰੰਥੀ ਸਿੰਘਾਂ ਨੂੰ ਸੰਭਾਲੇ, ਹੋਰ ਕਈ ਐਸੇ ਤਰੀਕੇ ਨੇ। ਉੱਥੋਂ ਮੰਨ ਲਓ ਆਪਣੇ ਜਥੇ ਨੂੰ ਸੰਭਾਲ ਰਹੇ ਨੇ, ਜੋ ਰੋਜ਼ ਉਹ ਕੀਰਤਨ ਕਰਦੇ ਨੇ, ਉਹਨਾਂ ਦੀ ਸੇਵਾ ਉਹਨਾਂ ਦੀ ਗੋਲਕ ਵਿੱਚ ਪਾਈ ਜਾਂਦੇ ਨੇ। ਗੁਰਦੁਆਰੇ ਸਾਹਿਬ ਦੇ ਕਈ ਖਰਚੇ ਹੁੰਦੇ ਨੇ, ਉਹ ਗੋਲਕ ਵਿੱਚ ਪੈ ਜਾਂਦੇ ਨੇ। ਗ੍ਰੰਥੀ ਸਿੰਘ ਨੂੰ ਉਹਨਾਂ ਦੀ ਕਥਾ ਦੇ ਜਾਂ ਉਹਨਾਂ ਦੀ ਸੇਵਾ ਦੇ ਉੱਪਰੋਂ ਭੇਟਾ ਮਿਲ ਜਾਂਦੀ ਹੈ। ਸੋ ਐਸੇ ਹੋਰ ਵੀ ਕਈ ਤਰੀਕੇ ਹੋਣਗੇ, ਸ਼ਾਇਦ ਤੁਸੀਂ ਮੇਰੇ ਨਾਲੋਂ ਜ਼ਿਆਦਾ ਹੀ ਜਾਣਦੇ ਹੋਵੋਗੇ। ਸੋ ਮੈਂ ਤੁਹਾਨੂੰ ਕੋਈ ਤਰੀਕਾ ਨਹੀਂ ਸਮਝਾਉਣਾ ਹੈ, ਮੇਰੇ ਮਨ ਵਿੱਚ ਜੋ ਗੱਲ ਸੀ ਮੈਂ ਉਹ ਤੁਹਾਡੇ ਸਾਹਮਣੇ ਰੱਖੀ ਹੈ। ਸੋ ਮੇਰੀ ਇਸ ਗੱਲ ਵਾਲੇ ਪਾਸੇ ਜ਼ਰੂਰ ਧਿਆਨ ਦਿਓ। ਜੇ ਕੁਝ ਕਹਿੰਦੇ ਆ ਮੇਰੇ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਮੈਂ ਤਹਿ ਦਿਲ ਤੋਂ ਸਮੂਹ ਸੰਗਤ ਤੋਂ ਮਾਫੀ ਚਾਹੁੰਦਾ ਹਾਂ ਜੀ। ਫਤਿਹ ਬੁਲਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।